आज का अपना टॉपिक है जी एवरेज का अनदर इंपॉर्टेंट टॉपिक बट ईजी जिवें ਆਪਾਂ एक पहला टॉपिक किया सीगा ट्रेन का वो भी ईजी टॉपिक्स ਦੇ ਵਿੱਚੋਂ ਆਉਂਦਾ ਹੈਗਾ ਤੇ ਉਹ ਵੀ ਇੰਪੋਰਟੈਂਟ ਹੈਗਾ ਐਗਜ਼ੈਕਟਲੀ ਇਹ ਵੀ ਟੌਪਿਕ ਜਿਹੜਾ ਹੈਗਾ ਬਹੁਤ ਈਜ਼ੀ ਹੈਗਾ ਤੇ ਇੰਪੋਰਟੈਂਟ ਹੈਗਾ ਆਪਾਂ ਐਵਰੇਜ ਕਰਦੇ ਹੀ ਆਏ ਹਾਂ शुरू ਤੋਂ ਐਵਰੇਜ ਮਾਰਕਸ ਕਿੰਨੇ ਆ ਰਹੇ ਤੁਹਾਡੇ ਜਿਵੇਂ ਪਰਸੈਂਟੇਜ ਕੱਢਦੇ ਹੁੰਦੇ ਆ ਨਾ ਉਵੇਂ ਸਿਮਿਲਰ ਹੁੰਦੀ ਹੈਗੀ ਆ ਉਹਦੇ ਐਵਰੇਜ ਇਹਦਾ ਇੱਕੋ ਹੀ ਫਾਰਮੂਲਾ ਹੈਗਾ एवरेज अगर कटनी है तो टोटल नंबर सम ऑफ नंबर्स जिन्ने भी तुहानू नंबर दिते हुए हैं चाहे वो किसी की एज है चाहे किसी का वेट हैगा चाहे वो किसी की हाइट हैगी है चाहे किसी के मार्क्स हैगे ने उन्हां सारे का टोटल कर लो डिवाइडेड बाय नंबर ऑफ आइटम्स किन्ने बंदे ने सपोज कर लो तुहानू 5 बंदियां दा वेट दिता होया है तो 5 बंदियां दा वेट ऐड कर दो डिवाइडेड बाय 5 तुहानू 10 बंदियां दे मार्क्स दिते हुए हैं ते क्या एवरेज मार्क्स कढो 10 ऐड किया 10 मार्क्स ਨੂੰ ऐड किया डिवाइडेड बाय 10 ਇਹ ਇੱਕੋ ਹੀ ਫਾਰਮੂਲਾ ਹੈਗਾ ਲੇਕਿਨ ਇਹੀ ਫਾਰਮੂਲਾ ਜਿਹੜਾ ਹੈਗਾ ਤੋੜ ਮਰੋੜ ਕੇ ਯੂਜ਼ ਹੋਏਗਾ ਜਿਵੇਂ ਹੁਣ ਆਪਾਂ ਦੇਖੀਏ ਜੇ ਆਪਾਂ ਨੂੰ ਅਗਰ ਐਵਰੇਜ ਦਿੱਤੀ ਹੋਈ ਹੈ ਸਪੋਜ਼ ਤੁਹਾਨੂੰ ਕਿਹਾ ਹੋਇਆ ਹੈਗਾ ਕਿ ਐਵਰੇਜ ਜਿਹੜੀ ਹੈਗੀ ਹੈ ਉਹ ਹੈਗੀ ਹੈ 12 ਕਿਸੇ ਵੀ ਚੀਜ਼ ਦੀ ਸਪੋਜ਼ ਕਰ ਲਓ ਮਾਰਕਸ ਦੀ ਐਵਰੇਜ 12 ਹੈਗੀ ਹੈ ਤੇ ਟੋਟਲ ਬੰਦੇ ਹੈਗੇ ਆ 40 ठीक है सो ਇਹਦੇ ਵਿੱਚ ਜੇ ਆਪਾਂ ਕੱਢਣਾ ਹੈ ਕਿ ਟੋਟਲ ਮਾਰਕਸ ਕਿੰਨੇ ਬਣੇ ਸਮ ਤਾਂ ਇਹੀ ਫਾਰਮੂਲਾ ਅਗਰ ਆਪਾਂ ਲਗਾਈਏ ਐਵਰੇਜ ਇਜ਼ ਇਕੁਅਲ ਟੂ ਸਮ ਅਪਨ ਨੰਬਰ तो ਸਮ ਆਪਾਂ ਕੱਢਣਾ ਹੈਗਾ ਐਵਰੇਜ ਆਪਾਂ ਨੂੰ 12 ਦਿੱਤੀ ਹੋਈ ਹੈਗੀ ਹੈ ਇਹ ਇਧਰ ਆ ਕੇ ਕੀ ਹੋ ਜਾਏਗਾ ਮਲਟੀਪਲਾਈ ਕੀ ਕਿੰਨਾ ਹੈਗਾ 40 ਹੈਗਾ 480 अपना एक 480 की आया सम आ गया ਤਾਂ ਇਹ ਚੀਜ਼ मोस्टली यूज होती है जो भी आप कढ़ना होए कि एवरेज दिती होएगी नंबर ऑफ आइटम दिते होंगे सम कढ़ना होएगा एक तो ये वेरिएशन होगी ठीक है समझ आई ये चीज सेकंड चीज ਇਹਦੇ ਵਿੱਚ ਕੀ ਹੈਗੀ ਹੈ ਕਿ ਜੀ ਹਾਂਜੀ ਓਕੇ ਜਿਹੜੀ ਐਵਰੇਜ ਹੈਗੀ ਹੈ ਨਾ ਆਪਣੀ ਜਿਹੜੀ ਆਪਣੀ ਐਵਰੇਜ ਹੈਗੀ ਹੈ ਉਹ ਵੱਧਦੀ ਘਟਦੀ ਉਸੇ ਤਰ੍ਹਾਂ ਹੈਗੀ ਹੈ ਜਿਸ ਤਰ੍ਹਾਂ ਤੁਸੀਂ ਸਾਰੀ ਵੈਲਿਊਜ਼ ਨੂੰ ਵਧਾ ਜਾਂ ਘਟਾ ਦਿਓ ਫੋਰ ਐਗਜ਼ਾਮਪਲ 4 6 8 ਮੇਰੇ ਕੋਲ ਤਿੰਨ ਨੰਬਰਸ ਹੈਗੇ ਇਹਨਾਂ ਦੀ ਜੇ ਮੈਂ ਐਵਰੇਜ ਕੱਢਾਂਗਾ ਤਾਂ ਕਿੰਨੀ ਆਏਗੀ 8 ਤੇ 6 14 14 ਤੇ 4 18 18 ਡਿਵਾਈਡਡ ਬਾਈ 3 ਕਿੰਨੀ ਆ ਗਈ ਐਵਰੇਜ 6 ਓਕੇ ਹੁਣ ਮੈਂ ਅਗਰ ਹਰ ਨੰਬਰ ਨੂੰ 2 ਨਾਲ ਵਧਾਦਾ ਐਵਰੀ ਨੰਬਰ ਇਜ਼ ਇਨਕਰੀਜ਼ਡ ਬਾਈ 2 ऑटोमेटिकली एवरेज भी 2 ਨਾਲ ਵੱਧ ਜਾਏਗੀ अगर हर नंबर ਨੂੰ ਮੈਂ 1 ਨਾਲ ਜਾਂ 2 ਨਾਲ ਘਟਾਦਾ ਸੋ ਐਵਰੇਜ ਜਿਹੜੀ ਹੈਗੀ ਹੈ ਇੱਕ ਨਾਲ ਘਟਿਆ ਵੱਧ ਜਾਏਗੀ ਠੀਕ ਹੈ अगर हर नंबर ਨੂੰ ਮਲਟੀਪਲਾਈ ਕਰਦਾ ਐਵਰੇਜ ਵੀ ਮਲਟੀਪਲਾਈ ਹੋ ਜਾਏਗੀ ਹਰ ਨੰਬਰ ਨੂੰ ਡਿਵਾਈਡ ਕਰਦਾ ਤਾਂ ਐਵਰੇਜ ਵੀ ਡਿਵਾਈਡ ਹੋ ਜਾਏਗੀ दैट मींस अगर एवरेज ਦੇ ਵਿੱਚ ਇੱਕ ਨੰਬਰ ਦਾ ਵਾਧਾ ਜਾਂ ਘਾਟਾ ਹੁੰਦਾ ਹੈਗਾ ਉਹ ਸਾਰੇ ਬੰਦਿਆਂ ਦੇ ਉੱਤੇ ਜਾਂ ਸਾਰੇ ਨੰਬਰ ਦੇ ਉੱਤੇ ਇਕੁਅਲੀ ਉਵੇਂ ਡਿਵਾਈਡ ਹੋਏਗਾ मतलब ਜੇ ਮੈਂ ਕਹਾਂ ਕਿ ਐਵਰੇਜ ਆਫ 10 ਨੰਬਰਸ ਇਜ਼ ਇਨਕਰੀਜ਼ਡ ਬਾਈ 1 10 ਨੰਬਰਾਂ ਦੀ ਐਵਰੇਜ ਇੱਕ ਨਾਲ ਵੱਧ ਗਈ ਤਾਂ ਇਹਦਾ ਮਤਲਬ 10 ਨੰਬਰ ਇੱਕ ਨਾਲ ਵੱਧ ਗਏ ਠੀਕ ਹੈ ओके ये कंसेप्ट थोड़ा या यूज होएगा आगे जाके ਹੁਣ ਆਪਾਂ ਇਹਦੇ क्वेश्चंस करिए क्वेश्चन ਦੇ ਨਾਲ ਨਾ ਸਮਝ ਆਉਂਦਾ ਹੁੰਦਾ ਥੋੜਾ the average of first 40 natural numbers natural number ਕੀ ਹੁੰਦੇ ਨੇ ਜਿਹੜੇ 1 ਤੋਂ ਸਟਾਰਟ ਹੁੰਦੇ ਨੇ ਸੋ 40 natural numbers ਦਾ ਮਤਲਬ ਕੀ ਹੋਇਆ ਕਿ ਪਹਿਲੇ 40 1 ਤੋਂ ਲੈ ਕੇ 2 3 40 ਇਹਨਾਂ ਦਾ ਸਮ ਪਹਿਲੇ ਨਾ ਸਮ ਕਰੋ ਤੇ ਉਹਨੂੰ ਡਿਵਾਈਡ ਕਿਹਦੇ ਨਾਲ ਕਰ ਦਾਂਗੇ 40 ਨਾਲ 1 2 3 so on 40 डिवाइड बाय 40 फिर कितना आंसर आएगा 40 नेचुरल नंबर का सम करना होगा तो एक फार्मूला ਹੁੰਦਾ ਹੈਗਾ n into n plus 1 by 2
ठीक है। ये फॉर्मूला ਹੁੰਦਾ ਹੈਗਾ फर्स्ट n नेचुरल नंबर ਦਾ ਸਮ ਕੱਢਣ ਦਾ। सो अपना सम कितना आ जाएगा 40 into 41.2 ਇਹ ਤਾਂ ਸਮ ਆ ਗਿਆ। ਸਮ ਨੂੰ ਡਿਵਾਈਡ ਕਿਹਦੇ ਨਾਲ ਕਰਨਾ ਹੈ 40 ਨਾਲ। तो 41/2 कितना होता है 20 पॉइंट है ऑप्शन है। सिंपल है क्वेश्चन सीगा, कोई इशू नहीं है। स्क्वायर्स दे सम, नेचुरल नंबर दे सम, क्यूब दे सम, ये थोड़े जे इंपॉर्टेंट ने। ਤੁਹਾਨੂੰ ਇੱਕ ਸਲਾਈਡ ਦੇ ਉੱਤੇ ਫਾਰਮੂਲਾਸ ਵੀ ਦੇ ਦਾਂਗਾ। ਇਹ ਸਿੱਧੇ ਸਿੱਧੇ ਫਾਰਮੂਲੇ ਨੇ, ਦੇਖੋ ਰੱਟਾ ਮਾਰਨਾ ਹੈ ਤੁਸੀਂ ਰੱਟਾ ਮਾਰ ਲਓ। ਵੈਸੇ ਮੈਂ ਨਹੀਂ ਪ੍ਰੈਫਰ ਕਰਦਾ, ਤੁਸੀਂ ਤਰੀਕੇ ਨਾਲ क्वेश्चन करो, उतना ही टाइम लगता है, हार्डली 2-3 सेकंड का फर्क पैंदा है। ठीक, ਤੁਹਾਨੂੰ ਸਾਰੇ ਫਾਰਮੂਲਾ ਇੱਕ ਸਲਾਈਡ ਦੇ ਉੱਤੇ ਦੇ ਦੂੰਗਾ, ਲਾਸਟ ਦੇ ਵਿੱਚ ਇੱਕ ਸਲਾਈਡ ਹੈਗੀ ਹੈ। ਓਕੇ, आगे आगे ज्यादा एवरेज ऑफ फर्स्ट 20 मल्टीपल्स ऑफ 7। पहली गल तो मल्टीपल की होंगे ने 7 ਦੇ ਟੇਬਲ ਚੱਲਣੇ ਜਿਹੜੇ। ठीक, तो फर्स्ट 20 ਕਿਹੜੇ ਹੋ ਗਏ 7 plus 14 plus 4 चले जल्दी कितने तक जाएंगे 20 मल्टीपल्स ने, मतलब 140 तक। 7 into 20 140 तक। ਹੁਣ ਇਹਦੇ डिवाइडेड बाय 20। टोटल नंबर तो 20 ने अपने, टोटल 20 नंबर ने, और ਕਿਹੜੇ ਨੇ ਉਹ ਮੈਂ ਉੱਪਰ ਲਿਖਤੇ। ਹੁਣ ਇਹਦਾ ਸਮ ਕਿਵੇਂ ਹੋਏਗਾ, ਗੱਲ ਤਾਂ ਇਹ ਹੈ। ਇਹਦਾ ਸਮ ਕਰਨ ਬੈਠੋਗੇ ਤੁਸੀਂ ਕਿਵੇਂ ਹੋਏਗਾ ਫਿਰ। ਇਹ ਤੇ ਦੇਖੋ ਕੀ ਮੈਥਡ ਲੱਗ ਸਕਦਾ ਹੈ। 7 14 21 2800 और 140 तक ਹੈਗਾ। ਇਹਦਾ ਸਮ ਕਰਨਾ ਹੈ, ਕਿਵੇਂ ਹੋਏਗਾ। पहले वाले कन्वर्ट किਵੇਂ करोगे n plus 1/2 बोला जाएगा 7 को कॉमन ले लो। ओके, 1 plus 2 plus 3 अगर मैं ਇਹਦੇ ਵਿੱਚੋਂ 7 कॉमन ले ਲਾਂਗਾ ਤਾਂ ਮੇਰੇ ਕੋਲ ਕੀ ਆ ਗਿਆ 1 plus 2 plus up to 20। ਸੋ ਇਹ ਕੀ ਚੀਜ਼ ਆ ਗਈ, ਪਹਿਲੇ 20 ਨੈਚੁਰਲ ਨੰਬਰ ਦਾ ਸਮ ਜੋ ਆਪਾਂ ਹੁਣੇ ਕੀਤਾ ਸੀਗਾ। सो ये क्या आ जाएगा 7 मल्टीप्लाई बाय 20 into 21/2। इधर सम हो गया, नीचे की सीगा अपना 20। फर्स्ट 20 नेचुरल नंबर का सम कितना आ गया 20 into 21/2। ये 7 आ वाला, ये 20 ये वाला, ये नीचे अपन डिवाइड करते हैं। सो अपना जो आंसर है वो कितना आ गया 21 into 7/2 73.5। सिंपल सीगा क्वेश्चन। क्वेश्चन ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਜਸਟ ਇੱਕ ਥੋੜਾ ਜਿਹਾ ਸੋਚਣਾ ਸੀਗਾ ਇਹਦੇ ਵਿੱਚ। ਓਕੇ ਹੈ जी ਚਲੋ सर हेलो। हाँ जी हाँ जी बोलो। सर इससे ना जो पिछला क्वेश्चन से फॉर्मूला लगाया थे वही लगाया आपका। बिल्कुल बिल्कुल वही सेम फॉर्मूला लगे, लेकिन उस फॉर्मूले तक जाने के लिए ਤੁਹਾਨੂੰ ਇੱਕ ਸਟੈਪ ਕਰਨਾ ਪਿਆ ਇਹਦੇ ਵਿੱਚ। ਬਸ डायरेक्टली नहीं लग गया, जस्ट कॉमन लेके ਆਪਾਂ ਨੇ ਉਹਨੂੰ ਯੂਜ਼ ਕੀਤਾ। ओके, चलिए अगे। ये बहुत सिंपल जे क्वेश्चन ने, एवं दे क्वेश्चन पेपर च आने के चांसेस घट ने, बहुत घट ने। इन्ने सौखे क्वेश्चन नहीं आएंगे, सिर्फ बेस बनाने के लिए अपन एक क्वेश्चन थोड़ा जिहा ट्राई करो। की हैगा ऑफ द 3 नंबर्स सेकंड इज ट्वाइस द फर्स्ट। तो अगर फर्स्ट नंबर x है तो सेकंड 2x हो जाएगा। एंड इज आल्सो थ्राइस द थर्ड। So- तीसरा भी आ गया। इफ द एवरेज ऑफ 3 नंबर्स इज 44, फाइंड द लार्जेस्ट नंबर। नंबर है नंबर का सर थर्ड मतलब थ्राइस द थर्ड, मतलब ये जो सेकंड वाला है वो भी एक वाला ही थर्ड का बोल भी रहा है। थ्राइस है ना। थोड़े ट्राई करो क्वेश्चन। प्लीज माइक ऑफ कर लो ऑनलाइन स्टूडेंट्स, किसी का माइक ऑन हैगा। लेट थर्ड नंबर
3x। अच्छा मैं थर्ड नंबर ਨੂੰ x मान लेना। ठीक है जी। ठीक है, सो क्वेश्चन ਦੇ ਅਕੋਰਡਿੰਗਲੀ ਕੀ ਹੋ ਗਿਆ, ਜਿਹੜਾ ਸੈਕਿੰਡ ਨੰਬਰ ਹੈਗਾ ਉਹ ਸੈਕਿੰਡ ਨੰਬਰ ਕੀ ਹੋ ਜਾਏਗਾ, ਸੈਕਿੰਡ ਨੰਬਰ ਦਾ ਥਰਡ ਨਾਲ ਕੀ ਰਿਲੇਸ਼ਨ ਹੈ, ਸੈਕਿੰਡ ਨੰਬਰ थर्ड नंबर का 3 गुना हैगा, थ्राइस है, तो ये की बन गया 3x। दो नंबर हो गए, हुन पहले दी वारी फर्स्ट दा की रिलेशन हैगा, फर्स्ट दा की रिलेशन दिता हुआ है कि सेकंड नंबर फर्स्ट दा दुगना है, तो उल्टा बोलो पहला नंबर सेकंड दा हाफ है, मतलब जो भी थोड़े को सेकंड नंबर आया हैगा ओदा हाफ, ओदा आधा फर्स्ट नंबर हैगा। ठीक है, सो इन्हां दी जेडी एवरेज हैगी है वो 44 ਦਿੱਤੀ ਹੋਈ ਹੈ, तो इन्हां दी एवरेज किवें आएगी, x plus 3x plus 3x/2 divided by 3 is equal to 40। ये इक्वेशन सारे सॉल्व कर लोगे मैं समझदा, और सॉल्व करके ਤੁਹਾਡੇ ਕੋਲ x ਦੀ ਵੈਲਿਊ ਆ ਜਾਏਗੀ, लेकिन x ਦੀ ਵੈਲਿਊ ਤੁਹਾਡੀ ਆਨਸਰ ਨਹੀਂ ਹੈ। ਉਹਨੇ ਕੁਐਸਚਨ 'ਚ ਕੀ ਪੁੱਛਿਆ ਹੈਗਾ, ਲਾਰਜੈਸਟ। ਹੁਣ ਤੁਸੀਂ ਮੈਨੂੰ ਇਹਨਾਂ ਨੂੰ ਦੇਖ ਕੇ ਦੱਸ ਸਕਦੇ ਹੋ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਨੰਬਰ ਕਿਹੜਾ ਹੋਏਗਾ, ਫਰਸਟ, ਸੈਕਿੰਡ ਜਾਂ ਥਰਡ? सेकंड 3x है, फर्स्ट वाला 3x/2 है, थर्ड वाला x है। ਇਹਨਾਂ ਤਿੰਨਾਂ ਨੂੰ ਦੇਖ ਕੇ ਆਪਾਂ ਇਹ ਦੱਸ ਸਕਦੇ ਹਾਂ ਕਿ ਸਭ ਤੋਂ ਵੱਡਾ ਨੰਬਰ ਕਿਹੜਾ ਹੈ, 3x ਹੈ। तो x ਦੀ ਜਿੰਨੀ ਵੀ ਵੈਲਿਊ ਆਏਗੀ, ਇਸ ਕੇਸ 24 ਆਏਗੀ, 24 into 3 72 अपना आंसर आएगा। ਜਿਹੜਾ ਇਹ ਤੁਸੀਂ ਫਾਰਮੂਲਾ ਲਾਇਆ ਜਿਹੜਾ ਇੱਧਰ ਦੇ ਪਾਸੇ ਇਹ ਵਾਲਾ ਇਹ ਫਾਰਮੂਲਾ ਇਹੀ ਤਾਂ ਫਾਰਮੂਲਾ ਹੈ ਆਪਣਾ, ਇੱਕੋ ਹੀ ਜਿਹੜਾ ਫਾਰਮੂਲਾ ਕੀਤਾ ਹੈ। ਟੋਟਲ ਜਿੰਨੇ ਨੰਬਰ ਨੇ ਉਹਨਾਂ ਨੂੰ ਐਡ ਕਰ ਦੋ, ਡਿਵਾਈਡਡ ਬਾਈ ਜਿੰਨੇ ਨੰਬਰ ਨੇ ਉਹ ਆਪਣਾ ਐਵਰੇਜ ਹੁੰਦੀ ਹੈਗੀ ਹੈ। ਸਰ ਮੇਰੀ ਨਾ ਇੱਕ ਥੋੜੀ ਪ੍ਰੋਬਲਮ ਆ ਰਹੀ ਹੈ ਕੈਲਕੂਲੇਸ਼ਨ ਦੇ ਵਿੱਚ, ਜਿਵੇਂ 132 ਹੈ ਨਾ, ਪਹਿਲਾਂ 44 ਉਹ ਜਿਹੜਾ 3 ਹੈ ਉਹ ਇੱਧਰ ਜਾ ਕੇ ਮਲਟੀਪਲਾਈ ਹੋ ਜਾਏਗਾ, ਹਾਂਜੀ ਠੀਕ है ना, उस तो बाद फिर जेड़ा थले 2 है वो भी उधर मल्टीप्लाई होएगा, 264 आ जाएगा, इधरों 7x आ जाएगा, 3x plus 3x 6 and 1x 11x आएगा, इथे 11x आएगा, क्यों 11x क्यों है, इथे गलती कर दी, 2x plus 3 plus 6x। अच्छा ठीक है, हां ले वो सब यूनिट पर एलसीएम स्टार्ट ये देखो 3x plus x कितना आ गया, 4x आ गया, 4x आ गया, 4x plus 3x/2 है ना, सो 2 4 ਦਾ 8 ਹੋ ਜਾਏਗਾ, 8x। ਹੁਣ ਇਹਦੇ ਨੀਚੇ 2 ਆਏਗਾ, ਇਹ ਤੁਹਾਡਾ ਉਧਰ ਗਿਆ ਜਿਹੜਾ ਤੁਸੀਂ ਉਧਰ ਲੈ ਕੇ ਗਏ ਹੋ, 44 into 3 into 2 ਬਸ ਇਹ 2 ਹੁਣ ਤੁਹਾਡਾ ਉਧਰ ਚਲਾ ਗਿਆ। ठीक है, ਇਹਦੇ ਨਾਲ ਹੀ ਡਿਵਾਈਡ ਹੁੰਦਾ, ਇਹਦਾ 2 ਉੱਤਰ ਨਹੀਂ ਮਲਟੀਪਲਾਈ ਹੋਊਗਾ ਥੱਲੇ ਮਲਟੀਪਲਾਈ ਕਰਨਾ ਨਾ 2x ਪਰਲਾ ਉਹ ਹਾਂਜੀ 2 ਉਹਦਾ 2 ਮਲਟੀਪਲਾਈ ਕੀਤਾ ਤਾਂ ਹੀ ਤਾਂ ਉੱਥੇ 8 ਬਣਿਆ ਨਾ, x plus 3x ਕਿੰਨਾ ਬਣ ਗਿਆ, 4x ਬਣ ਗਿਆ ਨਾ, ਹਾਂਜੀ ਅੱਛਾ 3x plus x 4x बन गया ना, तो सिंपल, तो 4x into 2 8x बन गया। ओके, सॉल्व करो हो जाएगा, कोई इतना औखा नहीं है, तो बहुत इजी जी इक्वेशन है ये। 24x ठीक है, ठीक है सर। चलो, the average of 4 consecutive even numbers is 27, find the largest of these numbers। ਹੁਣ ਈਵਨ ਨੰਬਰ ਸਭ ਨੂੰ ਪਤਾ ਨਹੀਂ ਕੀ ਹੁੰਦੇ, ਮੈਂ ਸਮਝਦਾ ਜਿਹੜੇ 2 ਨਾਲ ਡਿਵਾਈਡ ਹੋ ਜਾਂਦੇ ਨੇ। ਕਨਸੀਕਿਊਟਿਵ ਦਾ ਮਤਲਬ ਕੀ ਹੁੰਦਾ, ਜਿਹੜੇ ਇਕੱਠੇ ਆਉਂਦੇ ਨੇ, ਇਕੱਠੇ ਆਉਂਦੇ ਜਿਵੇਂ 4 6 8 10, ਇਹ ਚਾਰੋਂ ਇਕੱਠੇ ਆਉਂਦੇ ਕਨਸੀਕਿਊਟਿਵ ਈਵਨ ਨੰਬਰਸ ਨੇ। ਜਿਵੇਂ ਲਿਖਾਂਗਾ 6 12 24 30, ਇਹ ਈਵਨ ਤਾਂ ਹੈਗੇ ਨੇ ਬੜੇ ਕਨਸੀਕਿਊਟਿਵ ਨਹੀਂ ਹੈ, ਸੋ ਇਹੋ ਜਿਹੇ ਨੰਬਰਸ ਆਪਣੇ ਕੋਈ ਕੰਮ ਦੇ ਨਹੀਂ ਹੈਗੇ ਨੇ। ਹੁਣ ਉਹਨੇ ਕੁਐਸਚਨ 'ਚ ਕੀ ਕਿਹਾ ਹੈਗਾ कि एवरेज ऑफ 4 consecutive even numbers is 27। तो मैं सपोज कर लेना कि मेरे even numbers ने x, अगला की होएगा x plus 2 x plus 2 x plus 4 फिर x plus 6। 6 ਹੁਣ ਇਹਨਾਂ ਦਾ ਐਵਰੇਜ ਮਤਲਬ ਸਾਰਿਆਂ ਨੂੰ ਐਡ ਕਰੋ, ਡਿਵਾਈਡ ਬਾय 4, क्योंकि 4 ਨੰਬਰ ਨੇ, is equal to 27। ਸਿੰਪਲ ਜਿਹਾ ਕੁਐਸਚਨ, ਇਹਨੂੰ ਸੋਲਵ ਕਰ ਲਓ, ਤੁਹਾਡੇ ਕੋਲ x ਦੀ ਵੈਲਿਊ ਆ ਜਾਏਗੀ। 1 2 3 4 24। इस तो बाद टाइम इतना कैलकुलेशन च लगना नहीं चाहिए। सो वैसे इतना ही होगा ना, 4x फिर 4x प्लस ये 4 उधर चला गया, 27 into 4 हो गया, ठीक है, इन्हां नु ऐड कर दो, ਇਹਦੇ ਚ ਆਪਾਂ x plus x 2x 3x 4x, ये आ गया 4x,
प्लस 6 ਦੇ 4 10 ਦੇ 2 12 ਹਾਂਜੀ वो कितना आएगा 108 तो 108 माइनस 12 96 x इज इक्वल टू ਥੱਲੇ ਚਲਾ ਗਿਆ आ गया सर। ओके क्लियर है, कोई इशू नहीं, ठीक है चलो आगे चलते हैं आपका नेक्स्ट टाइम the average of 25 results is 18, the average of first 12 of them is 14 and the last 12 is 17, find the 13th result। एक particular type है ये। ਹੁਣ ਇਹਦੇ ਵਿੱਚੋਂ ਕੀ ਕਹਿ ਰਿਹਾ ਹੈਗਾ, ਤੁਹਾਡੇ ਕੋਲ 25 ਆਈਟਮਸ ਨੇ, ਟੋਟਲ 25 ਨੰਬਰਸ ਨੇ, 1 2 3 4 ਸੋ ਔਨ 12 13 14 24 25 ਤੱਕ ਨੰਬਰ ਨੇ ਔਰ ਇਹ ਸਾਰਿਆਂ ਦੀ ਐਵਰੇਜ 25 ਦੇ 25 ਨੰਬਰ ਦੀ ਜਿਹੜੀ ਐਵਰੇਜ ਹੈਗੀ ਹੈ ਉਹ ਕਿੰਨੀ ਦਿੱਤੀ ਹੋਈ ਹੈਗੀ ਹੈ 18। ਠੀਕ ਹੈ, ਪਹਿਲੇ 12 ਦੀ ਐਵਰੇਜ, ਪਹਿਲੇ 12 ਦੀ ਜਿਹੜੀ ਐਵਰੇਜ ਹੈਗੀ ਉਹ ਕਿੰਨੀ ਦਿੱਤੀ ਹੋਈ ਹੈਗੀ ਹੈ 14। ਜਿਹੜੇ ਲਾਸਟ ਵਾਲੇ 12 ਹੈਗੇ ਆ ਉਹਨਾਂ ਦੀ ਐਵਰੇਜ ਕਿੰਨੀ ਦਿੱਤੀ ਹੋਈ ਹੈ 17। ठीक है, और वो कह रहा हैगा 13th नंबर फाइंड आउट करना है। 25 ਦੇ ਵਿੱਚੋਂ ਪਹਿਲੇ 12 ਬਾਅਦ ਵਾਲੇ 12 ਤਾਂ ਵਿੱਚ ਕਿਹੜਾ ਰਹਿ ਗਿਆ 13ਵਾਂ ਨੰਬਰ। ਹੁਣ ਗੱਲ ਇਹ ਉਹ ਕਰਨਾ ਕਿਵੇਂ ਹੈਗਾ, ਠੀਕ ਹੈ। ਮਾਈਕ ਆਫ ਕਰ ਲਓ ਪਲੀਜ਼ ਸਟੂਡੈਂਟਸ, ਕਿਸੇ ਦਾ ਮਾਈਕ ਆਨ ਹੈ। ਜਿਹੜੇ ਪਹਿਲੇ ਆਪਣੇ ਕੋਲ 12 ਨੰਬਰਸ ਹੈਗੇ, ਪਹਿਲਾਂ ਤਾਂ 25 ਨੰਬਰਸ ਦੀ ਜਿਹੜੀ ਐਵਰੇਜ ਹੈ 18, ਸੋ 25 ਨੰਬਰ ਦਾ ਸਮ ਕਿੰਨਾ ਹੋਏਗਾ 25 into 18, अपना यही फॉर्मूला है ना, एवरेज इज इक्वल टू सम अपॉन नंबर्स। सो एवरेज ਨੂੰ ਜਦੋਂ ਨੰਬਰਸ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਸਮ ਆ ਜਾਏਗਾ। ਸੋ ਇਹ ਤੁਹਾਡੇ ਕੋਲ ਫਿਗਰ ਆ ਗਈ, ਟੋਟਲ ਸਮ ਆ ਗਿਆ। ਹੁਣ ਇਹਦੇ ਵਿੱਚੋਂ ਤੁਸੀਂ ਮਾਈਨਸ ਕਰਨਾ ਹੈ, ਕੀ ਮਾਈਨਸ ਕਰਨਾ ਹੈ, ਇਹਦੀ ਐਵਰੇਜ ਮਤਲਬ ਇਹਦਾ ਸਮ ਤੇ ਉਹਦਾ ਸਮ, ਉਹ ਦੋਨੋਂ ਪਲੱਸ ਹੋ ਜਾਣਗੇ। ਠੀਕ ਹੈ, ਹੁਣ ਇਹਦੇ ਵਿੱਚ ਕੀ ਆ ਜਾਏਗਾ 14 into 12 प्लस 12 into 7। पहले 12 ਦਾ ਸਮ, ਆਖਰੀ 12 ਦਾ ਸਮ, ਉਹਨੂੰ ਮਾਈਨਸ ਕਰ ਦਿਓ 25 ਦੇ ਸਮ ਦੇ ਵਿੱਚੋਂ, ਤੁਹਾਡੇ ਕੋਲ ਜਿਹੜਾ ਨੰਬਰ ਬਚ ਜਾਏਗਾ ਉਹ ਆ ਬਚ ਜਾਏਗਾ ਆਟੋਮੈਟਿਕਲੀ। ਤੇ ਜਿਹੜੇ 14 ਦੇ ਖਾਣਾ ਨੇ ਜੀ ਉਹ ਨਹੀਂ ਕਰੇ ਜੀ, ਆਪਾਂ ਡਿਵਾਈਡ ਕਰਾਂਗੇ ਜਿਹੜੇ ਆਪਾਂ ਨੂੰ ਡਿਵਾਈਡ ਤਾਂ ਕਿਸੇ ਨਾਲ ਵੀ ਕਰਨ ਦੀ ਲੋੜ ਨਹੀਂ ਨਾ। ਦੇਖੋ ਜਿਹੜਾ ਆਪਣਾ ਮੇਨ ਫਾਰਮੂਲਾ ਹੈਗਾ, ਮੈਂ ਫਿਰ ਬਾਰ-ਬਾਰ ਇਹ ਕਹਿ ਰਿਹਾ, ਐਵਰੇਜ ਇਜ਼ ਇਕੁਅਲ ਟੂ ਸਮ ਅਪਨ n, ਇਹ ਫਾਰਮੂਲਾ ਹੈ। ਜਦੋਂ ਆਪਾਂ ਨੇ ਸਮ ਕੱਢਣਾ ਹੈ ਤਾਂ ਸਮ ਕੱਢਣ ਦੇ ਲਈ ਕੀ ਕਰਨਾ ਪਏਗਾ, ਐਵਰੇਜ ਨੂੰ ਨੰਬਰ ਆਫ ਆਈਟਮਸ ਨਾਲ ਗੁਣਾ ਕਰਨਾ ਪਏਗਾ। ਤਾਂ ਇੱਥੇ ਉਹ ਨਹੀਂ ਕੱਢ ਰਹੇ ਆਪਾਂ, ਸਮ ਦੀ ਵੈਲਿਊ ਕੱਢ ਰਹੇ ਹਾਂ। ਸਮ ਦੀ ਵੈਲਿਊ ਕੱਢਣ ਦੇ ਲਈ ਐਵਰੇਜ ਨੂੰ ਗੁਣਾ ਕਰਨਾ ਪਏਗਾ ਟੋਟਲ ਨੰਬਰਸ ਨਾਲ। 25 ਨੰਬਰਸ ਦਾ ਜਿਹੜਾ ਜੋੜ ਹੈਗਾ, ਸਮ ਹੈਗਾ, ਉਹਦੇ ਵਿੱਚੋਂ ਪਹਿਲੇ 12 ਤੇ ਆਖਰੀ 12 ਨੂੰ ਜੇ ਆਪਾਂ ਘਟਾ ਦਾਂਗੇ, ਮਾਈਨਸ ਕਰ ਦਾਂਗੇ, ਤਾਂ ਆਪਣੇ ਕੋਲ ਆਟੋਮੈਟਿਕਲੀ 13ਵਾਂ ਰਿਜ਼ਲਟ ਰਹਿ ਗਿਆ। क्योंकि ਜਿਹੜਾ 13ਵਾਂ ਰਿਜ਼ਲਟ ਹੈ ਨਾ ਤਾਂ ਇਹਦੇ ਚ ਆਇਆ ਹੈ ਤੇ ਨਾ ਇਹਦੇ ਚ ਆਇਆ, ਲੇਕਿਨ ਇਹਦੇ ਚ ਆਇਆ ਹੈ 78। लॉजिक समझ गए? हाँ जी समझ आ गया लॉजिक? जे किसी ने कोई डाउट, ऑनलाइन स्टूडेंट ऑफलाइन किसी ने कोई डाउट? ठीक, अगर ये समझ आ गया अपन सर आंसर 78 ही है। आंसर ਇਹਦਾ 78 ਹੀ ਹੈ। ਸੋ ਇਹਦੇ ਨਾਲ ਦਾ ਇੱਕ ਮਿਲਦਾ ਜੁਲਦਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਇਹ, ਬਟ ਇਹਦੇ ਚ ਥੋੜਾ ਜਿਹਾ ਚੇਂਜ ਹੈ। ਇਹਦੇ ਚ ਕੀ ਹੈਗਾ, ਉਹ ਕਹਿੰਦਾ ਕਿ ਐਵਰੇਜ ਆਫ 11 ਰਿਜ਼ਲਟਸ ਇਜ਼ 60, ਐਵਰੇਜ ਆਫ ਫਰਸਟ 6 ਇਜ਼ 58 ਐਂਡ ਲਾਸਟ 6 ਇਜ਼ 63। ਹੁਣ ਇਹਦੇ ਵਿੱਚ ਉਹ ਕੰਮ ਨਹੀਂ ਹੋਇਆ। 1 2 3 4 5 6 लास्ट वाला 7 8 9 10 11। पहले 6 ਦਾ ਉਹਨੇ ਦਿੱਤਾ ਹੋਇਆ 68, ਲਾਸਟ ਵਾਲੇ 6 ਦਾ ਉਹਨੇ ਦਿੱਤਾ ਹੋਇਆ ਔਰ ਟੋਟਲ ਦਾ ਵੀ ਦਿੱਤਾ ਹੋਇਆ ਹੈਗਾ। ਟੋਟਲ ਦਾ ਜਿਹੜਾ ਇਹ ਟੋਟਲ ਦਾ ਸਮ ਆ ਗਿਆ। ਜਿਹੜੇ ਪਹਿਲੇ 6 ਹੈਗੇ ਨੇ ਉਹਦਾ ਕਿੰਨਾ ਆ ਗਿਆ 6 into 58 और लास्ट वाले का 6 into 63।
ठीक है। इस केस ਦੇ ਵਿੱਚ ਜਿਹੜੀ 6th ਫਿਗਰ ਹੈ ਉਹ ਦੋ ਵਾਰੀ ਆ ਗਈ, ठीक है। ਤਾਂ ਇਹਦਾ ਮਤਲਬ ਜਿਹੜੀ a ਵੈਲਿਊ ਆਏਗੀ, a ਵੈਲਿਊ ਇਸ ਤੋਂ ਜ਼ਿਆਦਾ ਆਏਗੀ, ਕਿਉਂਕਿ ਇਹਦੇ ਵਿੱਚ ਜਿਹੜੀ 6th ਫਿਗਰ ਹੈ ਉਹ ਦੋ ਵਾਰੀ ਆ ਗਈ। ਸੋ ਆਪਾਂ ਨੂੰ ਚਾਹੀਦੀ 6th ਫਿਗਰ ਹੈ, ਸੋ ਇਹਦੇ ਵਿੱਚੋਂ a ਨੂੰ ਮਾਈਨਸ ਅੱਛਾ, ਫਿਰ ਜਿਹੜਾ ਵੱਡਾ ਹੋਏਗਾ ਉਸ ਤੋਂ ਛੋਟਾ ਉਹਦੇ ਵਿੱਚੋਂ ਛੋਟੇ ਨੂੰ ਮਾਈਨਸ ਕਰਾਂ। ਦੋਨੋਂ ਕੁਐਸਚਨ ਦੇ ਵਿੱਚ ਫਰਕ ਹੈ, ਦੋਨੋਂ ਕੁਐਸਚਨ ਦੀ ਜਿਹੜੀ ਫਰੇਮਿੰਗ ਹੈਗੀ ਹੈ ਨਾ ਉਹਦੇ ਵਿੱਚ ਫਰਕ ਹੈਗਾ। ਪਹਿਲੇ ਵਾਲੇ ਕੁਐਸਚਨ ਦੇ ਵਿੱਚ ਜਿਹੜੇ ਟੋਟਲ ਆਪਣੇ ਕੋਲ ਨੰਬਰ ਸੀਗੇ ਉਹਦੇ ਚੋਂ ਅੱਧੇ ਇੱਧਰ ਕੱਢਤੇ, ਅੱਧੇ ਇੱਧਰ ਕੱਢਤੇ, ਵਿੱਚ ਵਾਲਾ ਕੱਲਾ ਰਹਿ ਗਿਆ। ਇਹਦੇ ਵਿੱਚ ਟੋਟਲ ਦੇ ਵਿੱਚੋਂ ਅੱਧੇ ਇੱਧਰ ਲੇਕਿਨ ਵਿੱਚ ਵਾਲੇ ਨੂੰ ਦੋ ਵਾਰੀ ਇਨਕਲੂਡ ਕਰ ਲਿਆ। ਇਹਨੇ ਪੰਜ ਨਹੀਂ ਕੀਤੇ। ਅਗਰ ਇਸ ਕੁਐਸਚਨ ਦੇ ਵਿੱਚ ਉਹ ਕਰਦਾ ਪੰਜ ਪਹਿਲਾਂ ਤੇ ਪੰਜ ਬਾਅਦ ਚ, ਫਿਰ ਤਾਂ ਉਹੀ ਕੁਐਸਚਨ ਬਣ ਜਾਣਾ ਸੀਗਾ। ਲੇਕਿਨ ਇਸ ਕੁਐਸਚਨ ਜੋ ਨੇ ਕਰਤਾ ਪਹਿਲੇ 6 ਤੇ ਆਖਰੀ 6, ਉਹ ਜਿਹੜਾ 6ਵਾਂ ਹੈਗਾ ਉਹ ਦੋ ਵਾਰੀ ਆ ਗਿਆ, ਪਹਿਲੀ ਵਾਰ ਚ ਵੀ ਆ ਗਿਆ ਤੇ ਆਖਰੀ ਵਾਰ। क्लियर है दोनों, ये दो टाइप्स बनती हैं। ओके जी, 66 आया सर आंसर, 66 आएगा शायद। हां जी ठीक। आंसर ਦੇ ਉੱਤੇ ਬਾਲਾ ਜ਼ਿਆਦਾ ਮੈਂ ਧਿਆਨ ਨਹੀਂ ਦਿੰਦਾ, ਉਹ ਤੁਸੀਂ ਕੱਢੋਗੇ। ਤਰੀਕਾ ਸਮਝ ਆ ਗਿਆ ਤੁਹਾਨੂੰ ਕੱਢਣ ਦਾ? Another important question, एक और मेरा फेवरेट क्वेश्चन, एक टीसीएस का भी फेवरेट है। टीसीएस का फेवरेट है। मैं 3 पेपर ਦਿੱਤਾ ਨਾ, 3 ਜਾਇਆ ਹੈ। देखो क्वेश्चन ਦੀ ਸਾਰੀ ਟਾਈਪਸ ਨਾ ਜਿਹੜੀ ਤੁਹਾਨੂੰ 10 ਕੁਐਸਚਨ ਕਰਾਵਾਂਗਾ ਉਹ 10 ਦੇ 10 ਕੁਐਸਚਨ ਸਾਰੀ ਟਾਈਪਸ ਕਵਰ ਕਰ ਦਿੰਦੇ ਨੇ। ਉਸ ਤੋਂ ਇਲਾਵਾ ਟਾਈਪ ਨਹੀਂ ਹੁੰਦੀ, ਫਿਗਰ ਚੇਂਜ ਹੋਣੀ ਹੈ ਤੁਹਾਡੇ ਪੇਪਰ ਬਸ। ਐਵਰੇਜ weight of 10 persons in a boat is increased by 1.8 kg when one of them who weighs 53 is replaced by a new man. Find the weight of new man। ਪਹਿਲੀ ਗੱਲ ਤਾਂ ਕੁਐਸਚਨ ਸਮਝ ਆਇਆ। ਇੱਕ ਬੋਰਡ ਦੇ ਵਿੱਚ 10 ਬੰਦੇ ਜਾ ਰਹੇ ਸੀਗੇ, ਉਹਨਾਂ ਦਾ ਕਿੰਨਾ ਭਾਰ ਸੀ, ਉਹਨਾਂ ਦਾ ਕਿੰਨਾ ਐਵਰੇਜ weight ਸੀ, ਕੁਝ ਨਹੀਂ ਪਤਾ। ਸਿਰਫ ਕੀ ਪਤਾ ਹੈ ਕਿ ਜਦੋਂ ਉਹਨਾਂ ਵਿੱਚੋਂ ਇੱਕ ਬੰਦਾ ਬਾਹਰ ਚਲਾ ਗਿਆ 53 kg ਜਿਹੜਾ weight ਸੀਗਾ, ਤੇ ਉਹਦੀ ਜਗ੍ਹਾ ਇੱਕ ਨਵਾਂ ਬੰਦਾ ਆ ਗਿਆ ਜਿਹਦਾ weight ਕੁਝ x ਸੀਗਾ, ਪਤਾ ਨਹੀਂ ਕਿੰਨਾ ਸੀਗਾ। ਉਹਦੇ ਕਰਕੇ ਇਸ ਟ੍ਰਾਂਜੈਕਸ਼ਨ ਕਰਕੇ ਜਾਣ ਆਣ ਕਰਕੇ ਜਿਹੜਾ ਐਵਰੇਜ weight ਹੈਗਾ ਆ ਬੰਦਿਆਂ ਦਾ ਐਵਰੇਜ weight ਹੈਗਾ ਉਹ ਕਿੰਨਾ ਵੱਧ ਗਿਆ? 1.8 kg ਵੱਧ ਗਿਆ। ਤਾਂ ਤੁਸੀਂ ਇੰਨੀ ਕੁ ਇਨਫੋਰਮੇਸ਼ਨ ਤੋਂ ਇਹ ਪਤਾ ਲਗਾਉਣਾ ਹੈ ਕਿ ਇਹ ਬੰਦਾ ਕਿੰਨੇ ਕਿਲੋ ਦਾ ਸੀ। ਠੀਕ ਹੈ। 71 ਓਕੇ, ਕਿੰਨਾ ਆਨਸਰ ਆਇਆ? 61 61। ਚਲੋ ਆਪਾਂ ਦੇਖਦੇ ਹਾਂ। ਲੈਟਸ ਸੀ। ਹੁਣ ਇੱਕ ਚੀਜ਼ ਇਸ ਕੁਐਸਚਨ ਤੋਂ ਇਹ ਕਲੀਅਰ ਹੋ ਰਹੀ ਹੈ ਕਿ ਇਹ ਬੰਦੇ ਦਾ weight ਇਹਦੇ ਤੋਂ ਤਾਂ ਵੱਧ ਹੀ ਹੋਏਗਾ। ਵੈਸੇ ਤਾਂ ਆਪਸ਼ਨ ਤੋਂ ਵੀ ਕਲੀਅਰ ਹੈ, ਪਰ ਫਿਰ ਵੀ ਕੁਐਸਚਨ ਤੋਂ ਇਹ ਚੀਜ਼ ਕਲੀਅਰ ਹੈ ਕਿ ਇਹ ਬੰਦੇ ਦਾ weight, ਕਿਉਂਕਿ ਇਹ ਵਧਾ ਰਿਹਾ ਟੋਟਲ, ਤਾਂ ਇਹਦਾ ਮਤਲਬ ਇਹ 53 ਤੋਂ ਵੱਧ ਭਾਰ ਲੈ ਕੇ ਆਇਆ। ਠੀਕ, ਪਹਿਲੀ ਗੱਲ ਤਾਂ ਜੇ ਆਪਸ਼ਨ ਦੇ ਵਿੱਚ ਕੋਈ 53 ਤੋਂ ਥੱਲੇ ਹੋਏ ਉਹ ਤਾਂ ਵੈਸੇ ਐਲੀਮੀਨੇਟ ਹੋ ਗਿਆ। ਹੁਣ ਦੂਸਰੀ ਗੱਲ, ਇਹਦੇ ਆਣ ਕਰਕੇ ਹਰ ਇੱਕ ਬੰਦੇ ਦਾ ਭਾਰ 1.8 ਕਿਲੋ ਨਾਲ ਵੱਧ ਗਿਆ। ਐਵਰੇਜ weight ਵਧਣ ਦਾ ਮਤਲਬ ਇਹ ਹੋਇਆ, ਮੈਂ ਤੁਹਾਨੂੰ ਹੁਣੀ ਐਗਜ਼ਾਮ ਸਟਾਰਟਿੰਗ 'ਚ ਹੀ ਦੱਸਿਆ ਸੀ, ਅਗਰ ਆਪਾਂ ਹਰੇਕ ਬੰਦੇ ਦੀ ਵੈਲਿਊ, ਹਰੇਕ ਚੀਜ਼ ਦੀ ਵੈਲਿਊ 2 ਨਾਲ ਵਧਾ ਦਾਂਗੇ ਤਾਂ ਐਵਰੇਜ ਵਧੇਗੀ। ਇਹਨੂੰ ਪੁੱਠਾ ਕਰਕੇ ਬੋਲਿਆ। ਸੋ 1.8 kg ਅਗਰ ਹਰ ਬੰਦੇ ਦਾ ਭਾਰ ਵਧਦਾ ਹੈ, ਸੋ 10 ਬੰਦਿਆਂ ਦਾ ਕਿੰਨਾ ਭਾਰ ਵੱਧ ਗਿਆ? 18 ਕਿਲੋ। ਇਹ 18 ਕਿਲੋ ਕਿਹਦੇ ਕਰਕੇ ਵਧਿਆ? ਇਹ ਬੰਦੇ ਕਰਕੇ। ਠੀਕ ਹੈ। ਹੁਣ ਅਗਰ ਇਹ ਬੰਦਾ 53 ਕਿਲੋ ਦਾ ਗਿਆ ਤੇ 53 ਕਿਲੋ ਦਾ ਹੀ ਆ ਜਾਂਦਾ, ਫਿਰ ਕੋਈ ਫਰਕ ਨਾ ਪੈਂਦਾ, ਤਾਂ ਇਹਦਾ ਮਤਲਬ ਇਹ ਬੰਦਾ ਇਹਦੇ ਤੋਂ 18 ਕਿਲੋ ਵੱਧ ਵਜ਼ਨ ਲੈ ਕੇ ਆਇਆ। ਸੋ ਸਿੰਪਲੀ ਤੁਹਾਡੇ ਕੋਲ ਇਹਦਾ ਆਨਸਰ ਕਿੰਨਾ ਆ ਗਿਆ ਜੀ? 71। ਕੁਐਸਚਨ ਦੀ ਟਾਈਪ ਕਲੀਅਰ ਹੈ, ਜਿਹਦੇ ਵਿੱਚ ਕਦੇ ਵੀ ਐਵੇਂ ਦੀ ਇਨਕਲੂਡ, ਇੱਕ ਹੋਰ ਕੁਐਸਚਨ ਇਸ ਤਰ੍ਹਾਂ ਦਾ ਕਰਦੇ ਹਾਂ ਥੋੜਾ ਜਿਹਾ ਚੇਂਜ, ਵੀ ਜਿਹਦੇ ਵਿੱਚ ਕੋਈ ਬੰਦਾ ਇਨਕਲੂਡ ਜਾਂ ਐਕਸਕਲੂਡ ਕਰਦੇ ਆ ਤਾਂ ਉਹਦੇ ਆਣ ਨਾਲ ਐਵਰੇਜ ਤੇ ਕੀ ਫਰਕ ਪੈਂਦਾ ਹੈ, ਔਰ ਜੋ ਫਰਕ ਐਵਰੇਜ ਤੇ ਪੈਂਦਾ ਹੈਗਾ ਉਹ ਸਾਰਿਆਂ ਤੇ ਡਿਸਟ੍ਰੀਬਿਊਟ ਹੁੰਦਾ ਹੈਗਾ। ਇਹ ਇਹਦੇ ਵਿੱਚ ਸਿੰਪਲ ਜੀ ਚੀਜ਼ ਲੱਗਦੀ। ਹੁਣ ਆਪਾਂ ਇੱਕ ਹੋਰ ਕੁਐਸਚਨ ਇਹਦੇ ਨਾਲ ਦਾ ਦੇਖਦੇ ਹਾਂ, ਬਹੁਤ ਇੰਪੋਰਟੈਂਟ ਟਾਈਪ ਹੈ ਜੀ। ਐਵਰੇਜ ਆਫ 39 ਸਟੂਡੈਂਟਸ ਇਨ ਅ ਕਲਾਸ ਇਜ਼ 15 ਇਅਰਸ ਏਜ। ਐਵਰੇਜ ਏਜ 39 ਸਟੂਡੈਂਟਸ ਸੀਗੇ ਕਲਾਸ ਦੇ ਵਿੱਚ, ਜਿਨ੍ਹਾਂ ਦੀ ਐਵਰੇਜ ਏਜ ਕਿੰਨੀ ਸੀਗੀ?
15 साल। ओके, इफ द एज ऑफ द टीचर इज इंक्लूडेड, टीचर की एज भी ਆਪਾਂ ਵਿੱਚ इंक्लूड कर ली ਤਾਂ ਐਵਰੇਜ ਏਜ ਜਿਹੜੀ ਹੈਗੀ ਹੈ ਉਹ ਕਿੰਨੇ ਨਾਲ ਵਧ ਗਈ? 3 ਮਹੀਨੇ 3 ਮਹੀਨਿਆਂ ਨਾਲ ਵਧੀ ਹੈਗੀ ਹੈ ਅਗਰ ਆਪਾਂ ਇੱਕ ਟੀਚਰ ਦੀ ਐਡ ਕਰ ਲੈਂਦੇ ਹਾਂ। ਹਾਂਜੀ ਓਕੇ ਹੈ, ਇੰਨੀ ਇਨਫੋਰਮੇਸ਼ਨ ਦਿੱਤੀ ਹੋਈ ਹੈਗੀ ਹੈ ਤਾਂ ਉਹਨਾਂ ਨੇ ਪੁੱਛਿਆ ਟੀਚਰ ਦੀ ਏਜ ਕੱਢੋ। 39 ਜਾਣੇ ਤੇ ਪਹਿਲਾਂ 3 ਮਹੀਨੇ ਪਲੱਸ ਕਰਾਂਗੇ, 39 ਸਟੂਡੈਂਟਾਂ ਦੀ ਜਿੰਨੀ ਹੈ ਉਹਨਾਂ ਦੇ 3 ਮਹੀਨੇ ਪਲੱਸ ਕਰਾਂਗੇ ਕਿਉਂਕਿ ਉਹਦੀ ਟੀਚਰ ਦੀ ਕੁਛ ਇੰਨਾ ਠੀਕ ਹੈ, ਪਰ 39 ਚ ਨਹੀਂ। 3 ਮਹੀਨੇ ਪਲੱਸ ਹੁਣ ਇਹਦੇ ਵਿੱਚ ਟੋਟਲ ਨੰਬਰ ਵੀ ਵਧਿਆ ਹੈ। ਪਿਛਲੇ ਕੁਐਸਚਨ ਤੋਂ ਦੇਖੋ ਥੋੜਾ ਜਿਹਾ ਚੇਂਜ ਹੈ। ਪਿਛਲੇ ਕੁਐਸਚਨ ਦੇ ਵਿੱਚ ਕੀ ਸੀ, ਇੱਕ ਬੰਦਾ ਗਿਆ ਤੇ ਦੂਜਾ ਆ ਗਿਆ, ਸੋ ਟੋਟਲ ਨੰਬਰ ਸੇਮ ਸੀਗਾ। ਲੇਕਿਨ ਇਸ ਕੁਐਸਚਨ 'ਚ ਐਵੇਂ ਨਹੀਂ ਹੈ। ਇਸ ਕੁਐਸਚਨ ਦੇ ਵਿੱਚ ਕੀ ਹੈਗਾ ਕਿ 39 ਸੀਗੇ, ਇੱਕ ਨਵਾਂ ਬੰਦਾ ਆਇਆ ਤਾਂ ਇਹਦਾ ਡੈਫੀਨੇਟਲੀ ਹੈ ਕਿ ਉਹਨੇ ਵਧਾਣਾ ਹੈ ਨਾ। ਔਰ ਉਹਦੇ ਆਉਣ ਨਾਲ ਫਰਕ ਕੀ ਪਿਆ? ਉਹਦੇ ਆਉਣ ਨਾਲ ਫਰਕ ਇਹ ਪਿਆ ਕਿ ਸਾਰਿਆਂ ਦੀ ਏਜ 3 ਮਹੀਨੇ ਨਾਲ ਵੱਧ ਗਈ। ਹੁਣ ਇਹ ਸਾਰੇ ਕੌਣ ਨੇ? ਇਹ 40 ਦੇ 40 ਬੰਦੇ ਨੇ। ਸਟੂਡੈਂਟ ਤੇ ਪਲੱਸ ਟੀਚਰ 40 ਹੋ ਗਏ। ਐਸਾ ਸੋਚੋ, ਅਗਰ ਇਹ ਟੀਚਰ ਵੀ 15 ਸਾਲ ਦਾ ਹੁੰਦਾ, ਮੰਨ ਲਓ ਇਹ ਟੀਚਰ 15 ਸਾਲ ਦਾ ਹੈ ਹਾਂਜੀ ਤਾਂ ਕੋਈ ਫਰਕ ਨਹੀਂ ਪੈਣਾ ਸੀ। ਅਗਰ ਇਹਦੀ ਏਜ ਵੀ 15 ਸਾਲ ਦੀ ਹੁੰਦੀ ਤਾਂ ਆਪਣੀ ਐਵਰੇਜ ਏਜ ਸੇਮ ਰਹਿਣੀ ਸੀ, ਬਟ ਇਹ 15 ਸਾਲ ਦਾ ਨਹੀਂ ਹੈ ਤਾਂ ਹੀ ਤਾਂ 40 ਦੇ 40 ਬੰਦਿਆਂ ਦੀ ਐਵਰੇਜ ਏਜ ਕਿੰਨੀ ਹੋ ਗਈ? 3 ਮਹੀਨੇ ਵੱਧ ਗਈ। ਹੁਣ ਉਹ ਕਿੰਨੀ ਉਹਦੀ ਏਜ ਜ਼ਿਆਦਾ ਹੈਗੀ ਹੈ ਉਹ ਆਪਾਂ ਨੂੰ ਇਹ ਵੀ ਪਤਾ ਲੱਗੇਗਾ। 40 ਗੁਣਾ 3 ਮਹੀਨੇ ਕਿੰਨਾ ਹੋ ਗਿਆ? ਹੈ 120 ਮੰਥਸ ਦਾ ਮਤਲਬ ਕਿੰਨੇ ਸਾਲ ਹੋ ਗਏ? 6 12 10 ਸਾਲ ਹੋ ਗਏ। ਇਹਦਾ ਮਤਲਬ ਜਿਹੜਾ ਟੀਚਰ ਆਇਆ ਹੈ ਉਹ 10 ਸਾਲ ਵੱਧ ਲੈ ਕੇ ਆਇਆ ਹੈ। ਸੋ ਉਹਦੀ ਏਜ ਕਿੰਨੀ ਹੋਗੀ? 15 + 10 25। फिर एक बार दोबारा दस दो। ਇਹਨਾਂ ਦੀ ਟਾਈਪ ਕਰਾ ਦੋ ਸਰ। ਇਹ ਵੀ ਬਹੁਤ ਅੱਛਾ क्वेश्चन ਹੈਗਾ। ਇਹ क्वेश्चन थोड़ा ਜਿਹਾ खुद करने की कोशिश करो ਨਾਲ ਨਾਲ। 9 persons went to a hotel for taking their meals। ਇਹ ਇੰਗਲਿਸ਼ ਕਲੀਅਰ ਹੈ, ਨਹੀਂ ਤਾਂ ਜ਼ਿਆਦਾ ਔਖੀ ਨਹੀਂ ਹੈ। ਉਹਨਾਂ ਵਿੱਚੋਂ ਜਿਹੜੇ 8 ਬੰਦੇ ਸੀਗੇ ਉਹਨਾਂ ਨੇ ਹਰੇਕ ਨੇ 12 ਰੁਪਏ ਖਰਚ ਕੀਤੇ। 8 of them spent 12 on each on their meal and 9th spent rupees 8 more than the average expenditure of 9। ਜਿਹੜਾ 9ਵਾਂ ਬੰਦਾ ਸੀਗਾ ਉਹਨੇ 8 ਰੁਪਏ ਜ਼ਿਆਦਾ ਖਰਚ ਕੀਤੇ ਸਾਰਿਆਂ ਦੀ ਐਵਰੇਜ ਨਾਲ। ਜਿੰਨੀ ਵੀ 9 ਬੰਦਿਆਂ ਦੀ ਐਵਰੇਜ ਆਈ ਹੈ ਉਹਦੇ ਨਾਲੋਂ 8 ਰੁਪਏ ਵੱਧ ਖਰਚ ਕੀਤੇ ਹੈਗੇ। ਸੋ ਤੁਸੀਂ ਇਹ ਦੱਸਣਾ ਹੈਗਾ ਕਿ ਟੋਟਲ ਪੈਸੇ ਕਿੰਨੇ ਖਰਚ ਕੀਤੇ ਗਏ ਉਹਨਾਂ ਦੇ ਦੁਆਰਾ। ਇਹ ਕੁਐਸਚਨ ਨੂੰ ਥੋੜਾ ਜਿਹਾ ਟਰਾਈ ਕਰੋ। ਪਹਿਲਾਂ 9 ਬੰਦੇ ਦੀ ਕੱਟਾਂਗੇ। Let us suppose average expenditure x ਹੈਗਾ ਹੈ, ਲੇਕਿਨ ਇਹ ਕਿਹਦਾ? 9 ਬੰਦਿਆਂ ਦਾ। ਜਿਹੜੇ ਟੋਟਲ 9 ਸਟੂਡੈਂਟਸ ਹੈ, 9 ਬੰਦੇ ਜਿਹੜੇ ਗਏ ਨੇ ਉਹਨਾਂ ਦਾ ਐਵਰੇਜ ਐਕਸਪੈਂਡੀਚਰ x ਹੈਗਾ ਤਾਂ ਟੋਟਲ ਉਹਨਾਂ ਦਾ ਖਰਚਾ ਕਿੰਨਾ ਹੋ ਗਿਆ? 9x। ਇਹਦੇ ਵਿੱਚ ਕਿਸੇ ਨੂੰ ਕੋਈ ਡਾਊਟ? x ਐਕਸਪੈਂਡੀਚਰ x ਜਿਹੜਾ ਹੈਗਾ ਐਵਰੇਜ ਐਕਸਪੈਂਡੀਚਰ ਹੈਗਾ। ਸੋ 9 ਬੰਦਿਆਂ ਦਾ ਟੋਟਲ ਜਿਹੜਾ ਖਰਚਾ ਆਇਆ ਉਹ ਕਿੰਨਾ ਆਇਆ ਹੈਗਾ? 9x। ਠੀਕ ਹੈ। ਹੁਣ ਜਿਹੜਾ ਟੋਟਲ ਖਰਚਾ ਆਇਆ ਇਹਦਾ ਬ੍ਰੇਕਅਪ ਕੀ ਹੈ? ਇਹਦਾ ਬ੍ਰੇਕਅਪ ਹੈਗਾ 12 × 8। ਜਿਹੜੇ 8 ਬੰਦੇ ਨੇ ਉਹਨਾਂ ਨੇ 12 ਰੁਪਏ ਦੇ ਹਿਸਾਬ ਨਾਲ ਖਰਚਾ ਕੀਤਾ ਹੈ। ਜਿਹੜਾ 9ਵਾਂ ਬੰਦਾ ਹੈਗਾ ਉਹਨੇ ਕਿਵੇਂ ਖਰਚਾ ਕੀਤਾ ਹੈ? ਐਵਰੇਜ ਨਾਲੋਂ 8 ਇਹ ਤੁਹਾਡੀ ਇਕੁਏਸ਼ਨ ਬਣੇਗੀ। ਇਹਨੂੰ ਹੋਰ ਕਿਸੇ ਤਰੀਕੇ ਨਾਲ ਹੁਣ ਇਹਨੂੰ ਸੋਲਵ ਕਰੋ। ਪਹਿਲੇ ਇਹਨੂੰ ਸੋਲਵ ਕਰੋ, ਕਿੰਨਾ ਆਂਸਰ ਆਏਗਾ? सर एक तो आ गया 96, वो 8x हो गया, 8x हो गया ना, 96 वो इधर आ गया 96 8x इधर आके माइनस हो गया तो कल्ला x रह गया तो x = 96। 96 प्लस डिवाइडेड होता हैगा। अच्छा ਤੇ ਉਧਰ ਜਾਵਾਂਗੇ 8x = 8 ਕਿਹਦੇ ਸੋਲਵ ਕਰਨ ਦਾ ਉਹ ਕਰੋ ਨਾ। ओके ਹੁਣ x ਕਿੰਨਾ ਆ ਗਿਆ ਤੁਹਾਡਾ? 104/8 ਕਿੰਨਾ ਹੁੰਦਾ ਹੈ? ਫਿਰ ਉਹ ਇਹਨੂੰ ਟੇਬਲ ਜੋ ਵੀ ਤੇਰਾਂ। ਅੱਜ ਦੀ ਅੱਜ ਹੋਗੀ ਕੁਛ ਇਦਾਂ 100 13 13 ਦਾ ਟੇਬਲ ਨਹੀਂ ਆਂਦਾ ਆਪਾਂ ਨੂੰ। ਕੋਈ ਗੱਲ ਨਹੀਂ।
ठीक तो टेबल आंदा होगा सीधा 13 आंसर आ गया हुन x आया 13 x का मतलब की है एवरेज एक्सपेंडिचर Expenditure. तो 13 × 9 कर दो हुन 13 का पे टेबल नहीं आंदा 9 3 दा 27 2 पर 11 टेबल याद कर लो 117 ठीक है सर ਸਰ ਇਦਾਂ ਹੀ ਹੋਏਗਾ ਇਹਦਾ ਸਾਹਮਣੇ ਇਦਾਂ ਹੀ ਹੋਏਗਾ ਇਹਦੇ ਵਿੱਚ ਦਿੱਕਤ ਹੀ ਹੈਗੀ ਇਦਾਂ ਹੀ ਹੋਏਗਾ ਸਰ ਇਹ ਦੂਜੀ ਤਰ੍ਹਾਂ ਨਹੀਂ ਹੋਗੀ ਸਰ ਮੈਂ ਨਾ ਇਹ ਵਾਲਾ ਕੁਐਸਚਨ ਸੇਮ ਉਸ ਵਿੱਚ ਦੇਖਿਆ ਸੀ ਆਰਐਸ ਅਗਰਵਾਲ ਕੁਆਂਟ ਵਾਲੀ ਬੁੱਕ ਵਿੱਚ ਉਹਦੇ ਸਾਰੇ ਉਹਦੇ ਵਿੱਚ ਵਿੱਚ ਹੀ ਇੰਨਾ ਹੋਣੇ ਨੇ। ਸਾਰਾ ਵਧਾ ਕੇ ਲਿਖਿਆ ਹੋਇਆ ਸਾਰਾ ਉਹਦੇ ਵਿੱਚੋਂ ਹੀ ਨਹੀਂ ਹੁੰਦਾ ਹੈਗਾ ਤੁਹਾਡਾ ਜਿਹੜੇ ਪੰਜਾਬ ਦੇ ਜਿੰਨੇ ਵੀ ਪੇਪਰਸ ਨੇ ਨਾ ਆਰਐਸ ਅਗਰਵਾਲ ਤੋਂ ਬਾਹਰ ਨਹੀਂ ਆਉਂਦੇ ਇਹ this method is very easy ਇਹ as ਜਿੱਤੇ compared to question the paper method ਹੈ। given in the book ਇਹ ਵਾਲੇ ਕੁਐਸਚਨ ਸਾਰੇ ਤੇ ਪੇਪਰ ਜਾ ਇਹੀ ਮੈਥਡ ਦਿੱਤਾ ਹੋਏਗਾ ਤੁਹਾਨੂੰ ਬੁੱਕ ਦੇ ਵਿੱਚ ਸਿਰਫ ਕੁਐਸਚਨ ਚੇਂਜ ਸੀ ਚਲੋ ਓਕੇ ਆਪਾਂ ਨੂੰ ਕੁਐਸਚਨ ਸਮਝ ਆ ਗਿਆ Yes. ਇੰਪੋਰਟੈਂਟ ਟਾਈਪ ਹੈਗੀ ਹੈ ਇਹਨੂੰ ਮਿਸ ਨਾ ਕਰਿਓ ਠੀਕ ਹੈ ਠੀਕ ਹੈ ਪੇਪਰ 'ਚ ਅਗਰ ਕੁਐਸਚਨ ਆਂਦਾ ਤਾਂ ਇਹ ਗਲਤ ਨਾ ਹੋਏ ਤੁਹਾਡਾ ਇਹਦਾ ਮੋਸਟਲੀ ਆਨਸਰ 116 ਆਉਂਦੇ ਹੈਗੇ ਬੱਚੇ ਪਿਛਲੀ ਵਾਰ ਜਿਹੜਾ ਇਹ ਰੋਲਾ ਪਿਆ ਸੀ ਨਾ ਉਹ ਕਹਿੰਦੇ 116 ਜਦੋਂ ਪਹਿਲੀ ਵਾਰ ਕੀਤਾ ਇਹ ਕੁਐਸਚਨ ਆਪਾਂ ਹਾਂ ਉਹਦੇ 116 ਗਏ ਜਾਂਦੇ ਸੀ 12 9 ਦਾ 108 plus 8 ਐ ਕੁਝ ਕਰ ਦਿੰਦਾ ਆ ਮੈਂ ਕਰਕੇ ਕੀਤਾ ਨਾ ਮਲਟੀਪਲਾਈ ਚਲੋ ਕੋਈ ਕੁਐਸਚਨ ਪੁੱਛ ਰਿਹਾ ਜੀ ਸਟੂਡੈਂਟ ਇੱਕ ਨਾ ਛੋਟੀ ਨਹੀਂ, ਨਹੀਂ। ਵੈਸੇ ਕਲੀਅਰ ਤਾਂ ਹੋ ਗਿਆ ਹਾਂਜੀ, ਬੋਲੋ। ਜਿਵੇਂ ਉੱਥੇ ਤੱਕ ਦਾ 96 ਆ ਗਿਆ ਪਹਿਲਾਂ ਜਿਹੜਾ x ਪਲੱਸ a ਜੀ ਯਾਰ 1 ਮਿੰਟ ਚੁੱਪ ਹੋ ਜਾਓ ਆਨਲਾਈਨ ਸਟੂਡੈਂਟ ਪਲੀਜ਼ ਇੱਥੇ ਕੁਐਰੀ ਪੁੱਛ ਰਿਹਾ ਜੀ ਓਏ ਉਹ ਪਹਿਲੇ ਮਾਰ ਸਰ ਜਿਵੇਂ ਉੱਥੇ ਦਾ 96 ਆ ਗਿਆ ਆਪਣਾ ਜਿਹੜਾ x ਪਲੱਸ a ਹੈ ਓਵਰ x ਤੁਸੀਂ ਕਿੱਥੇ ਲੈਣੇ ਇੱਕ ਬੈਟਸਮੈਨ ਜਿਹੜਾ ਹੈਗਾ ਆਪਣੀ 17th ਇਨਿੰਗ ਦੇ ਵਿੱਚ 87 ਰਨ ਬਣਾਉਂਦਾ ਹੈਗਾ ਉਸ ਦੇ ਕਰਕੇ ਉਹਦੀ ਜਿਹੜੀ ਐਵਰੇਜ ਹੈਗੀ ਹੈ ਉਹ 3 ਨਾਲ ਵੱਧ ਜਾਂਦੀ ਹੈ तो ਤੁਸੀਂ ਕੀ ਦੱਸਣੀ ਹੈਗੀ ਹੈ ਫਾਈਂਡ ਦਾ ਐਵਰੇਜ ਆਫਟਰ 17 ਇਨਿੰਗਸ ਮਤਲਬ 17 ਇਨਿੰਗਸ ਖਤਮ ਹੋਣ ਤੋਂ ਬਾਅਦ ਉਹਦੀ ਐਵਰੇਜ ਕਿੰਨੀ ਹੋਗੀ ਨਾ ਤਾਂ ਉਹਦੀ ਪਹਿਲੀ ਇਨਿੰਗਸ ਦੀ ਐਵਰੇਜ ਦਿੱਤੀ ਹੋਈ ਹੈ ਨਾ ਟੋਟਲ ਰਨ ਦਿੱਤੇ ਹੋਏ ਹੈ ਤੁਸੀਂ ਇੰਨੇ ਵੀ ਡਾਟਾ ਤੋਂ ਪਤਾ ਲਗਾਉਣਾ ਹੈਗਾ ਸਰ ਕਿੰਨੇ ਹੀ ਨਹੀਂ ਦਾ ਮਤਲਬ ਆਪਾਂ ਸਤਾਰਵੀਂ ਨਹੀਂ ਇੱਕ ਬੰਦੇ ਨੇ 17 ਮੈਚ ਖੇਲੇ ਨੇ ਠੀਕ ਹੈ 16 ਮੈਚਾਂ ਦਾ ਆਪਾਂ ਨੂੰ ਕੁਝ ਨਹੀਂ ਪਤਾ ਆਪਾਂ ਨੂੰ ਸਿਰਫ ਇਹ ਪਤਾ ਹੈ ਕਿ ਉਹਨੇ 17ਵੀਂ ਇਨਿੰਗ ਦੇ ਵਿੱਚ 87 ਰਨ ਮਾਰੇ ਇੱਕ ਮੈਚ ਆਪਸ ਵਿੱਚ ਡਿਸਕਸ ਕਰਿਆ 17ਵੇਂ ਮੈਚ ਦੇ ਵਿੱਚ ਉਹਨੇ 87 ਰਨ ਮਾਰੇ ਨੇ ਠੀਕ ਹੈ ਇਹਦੇ ਕਰਕੇ ਇਸ ਇਨਿੰਗ ਕਰਕੇ ਉਹਦੀ ਟੋਟਲ ਜਿਹੜੀ ਐਵਰੇਜ ਪਿੱਛੋਂ ਚੱਲੀ ਆ ਰਹੀ ਸੀ ਉਹ 3 ਨਾਲ ਵੱਧ ਗਈ ਤਾਂ ਤੁਸੀਂ ਦੱਸਣੀ ਟੋਟਲ ਦੀ ਐਵਰੇਜ ਕਿੰਨੀ ਆ ਉਹ ਸਾਰੇ ਦੇ ਪਲੱਸ ਹੋ ਗਈ ਜੀ ਹਨਾ 39 ਆ ਦੇਖਦੇ ਹਾਂ 39 ਆਪਸ਼ਨ ਤਾਂ ਹੈਗਾ ਨਹੀਂ ਮਤਲਬ ਕੁਝ ਹੋ ਵੀ ਸਕਦੀ ਨਹੀਂ ਹੋ ਸਕਦੀ ਐਵਰੇਜ ਪਲੱਸ ਸਾਰੇ ਚੀਜ਼ ਲਾਓ 10 ਸੈਕਿੰਡ ਲਾਓ ਜਰਾ ਫਿਰ ਆਪਾਂ ਦੂਜਾ ਮੈਚ ਦਾ ਤੇ ਬਾਅਦ ਰਿਕਾਰਡ ਕਰ ਲੈਣਾ 16 ਇਨਿੰਗਸ ਮੰਨ ਕੇ ਦੇਖੋ ਉਹ ਤੁਹਾਡੀ ਮਰਜ਼ੀ ਹਾਂ ਉਹੀ ਕਿ 16 ਦੀ ਜਿੰਨੀ ਆਈ ਉਹਦੀ ਪਲੱਸ ਹੋਣੀ ਹੋਊਗੀ ਇਹ ਹੋਰ ਮੈਥਡ ਦੇ ਰਿਹਾ ਮਤਲਬ ਮਲਟੀਪਲਾਈ ਲੋੜ ਹੈ ਸਰ ਇਹ ਟੋਟਲ ਐਵਰੇਜ ਆਪਾਂ x ਲਵਾਂਗੇ ਨਾ ਕਿਉਂਕਿ ਸਾਨੂੰ ਟੋਟਲ ਨਹੀਂ ਪਤਾ 17 ਇਨਿੰਗਸ ਦੀ ਐਵਰੇਜ ਆਪਾਂ ਮੰਨ ਲਈ x ਲੈਟ ਟੋਟਲ ਜਿਹੜੀ ਉਹਦੀ ਐਵਰੇਜ ਬਣਦੀ ਹੈ ਫਾਈਨਲ ਉਹ ਬਣਦੀ x ਮਤਲਬ 17 ਇਨਿੰਗਸ ਤੋਂ ਬਾਅਦ ਜਿਹੜੀ ਐਵਰੇਜ ਬਣੀ ਹੈ ਨਵੀਂ ਐਵਰੇਜ ਤਾਂ ਇਹਦਾ ਮਤਲਬ 16 ਇਨਿੰਗਸ ਦੀ ਐਵਰੇਜ ਕਿੰਨੀ ਸੀਗੀ x 3 ਜਿਹੜੀਆਂ 16 ਇਨਿੰਗਸ ਉਹਨੇ ਖੇਲੀਆਂ ਨੇ ਉਹਦੀ ਐਵਰੇਜ ਸੀਗੀ x 3 तो x 3 ਨੂੰ ਜੇ ਮੈਂ 16 ਨਾਲ ਮਲਟੀਪਲਾਈ ਕਰ ਦਾਂਗਾ ਇਹ ਕੀ ਆਏਗਾ ਇਹ ਮੇਰੇ ਕੋਲ ਉਹਦੀ 16 ਇਨਿੰਗਸ ਦੇ ਰਨ ਆ ਜਾਣਗੇ ਉਹਨੇ ਟੋਟਲ 16 ਇਨਿੰਗਸ ਕਿੰਨੇ ਰਨ ਬਣਾਏ ਨੇ ਐਵਰੇਜ ਮਲਟੀਪਲਾਈ ਬਾਈ ਨੰਬਰ ਇਸ ਸਮ ਆਹੀ ਕਰਦੇ ਆ ਰਹੇ ਆਪਾਂ ਪਲੱਸ 17ਵੀਂ ਇਨਿੰਗ ਚ ਕਿੰਨੇ ਰਨ ਬਣਾਏ ਨੇ 87 ਰਨ ਬਣਾਏ ਨੇ ਇਹ 16 ਇਨਿੰਗਸ ਦੇ ਰਨ ਹੋ ਗਏ ਇਹ 17ਵੀਂ ਇਨਿੰਗ ਦੇ ਰਨ ਹੋ ਗਏ ਟੋਟਲ ਰਨ ਹੋ ਗਏ तो टोटल रन कितने ने 17 ने अच्छा टोटल रन कितने ने अपने 17 ने x तो ये अपना आंसर आ जाएगा ये तो थोड़ी बहुत x की वैल्यू आ गई इस 16x माइनस ਇਹਨੂੰ अब ਮਲਟੀਪਲਾਈ मैं देखो दोबारा सुन लो ਜਿਹੜੀ 17 ਇਨਿੰਗਸ ਉਹਨੇ ਖੇਲੀਆਂ ਨੇ 17 ਮੈਚ ਖੇਲੇ ਨੇ ਮੈਂ ਇਹ ਮੰਨ ਕੇ ਚੱਲ ਰਿਹਾ ਕਿ ਉਹਦੀ ਐਵਰੇਜ x ਬਣਦੀ ਹੈ 17 ਇਨਿੰਗਸ ਤੋਂ ਬਾਅਦ ਦੀ ਐਵਰੇਜ ਠੀਕ ਸੋ ਅਕੋਰਡਿੰਗ ਟੂ ਕੁਐਸਚਨ ਉਹਦੀ 16 ਇਨਿੰਗਸ ਦੀ ਐਵਰੇਜ ਕਿੰਨੀ ਬਣੀ x 3 ਕਿਉਂਕਿ 3 ਨਾਲ ਵਧੀ ਹੈ ਨਾ ਤਾਂ 3 ਨਾਲ ਘਟੀ ਲਾਤੀ ਮੈਂ ਪਹਿਲਾਂ 16 ਇਨਿੰਗਸ ਦੇ ਵਿੱਚ ਟੋਟਲ ਰਨ ਕਿੰਨੇ ਮਾਰੇ ਨੇ ਉਹਨੇ 16 ਗੁਣਾ
x minus 3 ये 16 16x इनिंग minus दे 48 हाँ Plus- solve plus 87 ਇਹ 17 ਇਨਿੰਗ ਦੇ ਰਨ ਨੇ ਸੋ ਇਹ ਟੋਟਲ ਕੀ ਹੋ ਗਿਆ ਟੋਟਲ 17 ਇਨਿੰਗਸ ਦੇ ਰਨ ਉਹ ਕਿੰਨੇ ਨੇ 17 into अच्छा 17 into x कितना ठीक है 17 ਇਨਿੰਗਸ ਦੇ ਵਿੱਚ ਉਹਨੇ x ਦੀ ਐਵਰੇਜ ਨਾਲ ਰਨ ਮਾਰੇ ਨੇ ਤਾਂ 17 into x ਬਣ ਜਾਏਗਾ ਇਹਨੂੰ ਸੋਲਵ ਕਰੋਗੇ ਤੁਹਾਡੇ ਕੋਲ x ਦੀ ਵੈਲਿਊ ਆ ਜਾਏਗੀ ਸੋਲਵ ਕਰਕੇ ਜਿਵੇਂ 48 16x ਮਾਈਨਸ ਮਾਈਨਸ ਪਲੱਸ ਮਾਈਨਸ 87 ਦੇ ਉੱਤੇ ਕੱਟੇ ਆਪਣਾ ਉਹ ਤੁਸੀਂ ਆਪੇ ਕਰੀ ਜਾਓ 39 ਆਂਸਰ ਆ ਜਾਏਗਾ ਫਿਰ ਉਧਰ ਸਰ ਜਿਹੜਾ ਮੈਂ ਕਹਿ ਰਿਹਾ ਜ਼ਿਆਦਾ ਲੋਕਾਂ ਨੇ ਕਰਨਾ ਵਾਸਤੇ Average of 6 numbers is 3.95. Average of 2 of them is 3.4. While the average of other two is 3.85. What is the average of remaining 2 numbers? 6 नंबर ने करो सॉल्व इन फटाफट 6 नंबर की एवरेज दी हुई है तो 6 into 3.95 ये की चीज आई है व्हाट इज दिस 6 नंबर ਦਾ ਸਮ ਇਹ ਸਭ ਨੂੰ ਕਲੀਅਰ ਹੈ ਹੁਣ ਓਕੇ ਦੋ ਨੰਬਰ ਦੀ ਜਿਹੜੀ ਐਵਰੇਜ ਹੈਗੀ ਹੈ that is 3.4 ਐਂਡ ਹੋਰ ਜਿਹੜੇ ਦੋ ਨੰਬਰ ਨੇ ਉਹਨਾਂ ਦੀ ਐਵਰੇਜ ਹੈਗੀ ਹੈ 3. ਓਕੇ ਸੋ ਇਹ ਕੀ ਚੀਜ਼ਾਂ ਆਈਆਂ ਨੇ ਇੱਕ ਮਿੰਟ ਦੇਖ ਲਓ ਕੁਐਸਚਨ ਇਹ ਕੀ ਚੀਜ਼ਾਂ ਆਈਆਂ ਨੇ ਇਹ ਦੋ ਨੰਬਰ ਦਾ ਸਮ ਇਹ ਦੂਜੇ ਦੋ ਨੰਬਰ ਦਾ ਸਮ ਇਹ 6 ਨੰਬਰ ਦਾ ਸਮ ਜੇ ਮੈਂ ਇਹਦੇ ਵਿੱਚੋਂ ਇਹਨੂੰ ਮਾਈਨਸ ਕਰ ਦੂੰਗਾ ਤਾਂ ਮੇਰੇ ਕੋਲ ਪੂਰੇ ਕੀ ਆ ਜਾਏਗਾ ਨੀਚੇ ਜਿਹੜੇ ਅੰਡਰ ਰਿਮੇਨਿੰਗ ਹੈ ਜਿਹੜੇ ਦੋ ਨੰਬਰ ਬਚ ਗਏ ਉਹਨਾਂ ਦਾ ਸਮ ਆ ਜਾਏਗਾ 6 ਨੰਬਰ ਦੇ ਸਮ ਦੇ ਵਿੱਚੋਂ ਮੈਂ ਦੋ ਨੰਬਰ ਦੇ ਮਤਲਬ 4 ਨੰਬਰ ਦਾ ਸਮ ਘਟਾਤਾ ਤਾਂ ਮੇਰੇ ਕੋਲ ਕੀ ਬਚ ਗਿਆ ਬਾਕੀ ਦੇ ਦੋ ਨੰਬਰ ਦਾ ਸਮ ਮੈਨੂੰ ਚਾਹੀਦਾ ਕੀ ਹੈ ਐਵਰੇਜ ਸੋ ਡਿਵਾਈਡਡ ਬਾਈ 2 ਮੇਰੇ ਕੋਲ ਐਵਰੇਜ ਹੈ यस क्वेश्चन सिंपल है सिर्फ पॉइंटर की वैल्यू दी हुई है तो एक बार ये लगता है कि पता नहीं की है कोई कंसेप्ट समझ आ गया तो कोई इशू ही नहीं है क्वेश्चन ਐਂਡ ਨੂੰ ਵੀ 2 ਤੇ ਡਿਵਾਈਡ ਕਰਨਾ ਹੈ हाँ एक गलती ना करियो ਇਹਦੇ ਵਿੱਚ ਵੈਸੇ ਜਿਹੜੇ ਆਪਸ਼ਨਸ ਪਾਏ ਨੇ ਨਾ ਜ਼ਿਆਦਾ ਦੇਖ ਕੇ ਨਹੀਂ ਪਾਏ ਮੈਂ ਸਿੱਧੀ ਵੈਲਿਊਜ਼ ਪਾਤੀ ਹੈ ਬਟ ਜਿਹੜੇ ਪੇਪਰ 'ਚ ਕੁਐਸਚਨ ਪਾਉਂਦੇ ਨੇ ਨਾ ਉਹ ਥੋੜਾ ਟ੍ਰਿਕ ਖੇਡਦੇ ਨੇ ਹੋ ਸਕਦਾ ਹੈ ਉੱਥੇ ਉਹ ਵਾਲੀ ਵੈਲਿਊ ਪਾ ਦੇ ਜਿਹੜਾ ਤੁਹਾਡਾ ਆਨਸਰ ਆਇਆ बहुत सर एक बार क्वेश्चन दोबारा समझा दो ओके देखो अपने कोल टोटल 6 नंबर्स हैगे ने ठीक है जी 6 नंबर्स दा जेड़ा ਮਾਰਕਸ ਮਤਲਬ ਚਾਹੀਦਾ ये थोड़े टाइम तो ना रिपीट नहीं होया है क्वेश्चन बट ये लाइकली है कि हुन आएगा नेक्स्ट पेपर इस तरह दा इस क्वेश्चन दे विच की हुंदा है गलती करती ਇਹਨੂੰ ਲੌਜੀਕਲੀ ਸੋਚੋ ਵੈਸੇ ਕੋਈ ਫਾਰਮੂਲੇ ਇਹਦੇ ਫਾਰਮੂਲਾ ਸਿੰਪਲੀ ਕਰਾਇਆ ਜਾਂਦਾ ਹੈ ਕਿ ਉਹਦਾ ਡਿਫਰੈਂਸ ਲੈ ਲਓ ਉਹਨੂੰ ਮਲਟੀਪਲਾਈ ਕਰ ਦਿਓ ਸਿੱਧਾ ਆਨਸਰ ਆ ਜਾਏਗਾ ਇਹਦੇ 'ਚ ਕੁਝ ਯਾਦ ਕਰਨ ਦੀ ਲੋੜ ਨਹੀਂ ਹੈ ਤੁਸੀਂ ਉਂਝ ਸੋਚੋ ਇੱਕ ਬੰਦੇ ਦੇ ਨੰਬਰ 83 ਪੜ੍ਹ ਲਿੱਤੇ ਗਏ 63 ਦੀ ਬਜਾਏ ਇਹ ਸਹੀ ਹੈ ਇਹ ਗਲਤ ਪੜਿਆ ਗਿਆ ਜਿਹੜਾ ਵੀ ਬੰਦਾ ਉਹਨੂੰ ਯੂਜ਼ ਕਰ ਰਿਹਾ ਸੀ ਕਰਨਾ ਸੀ ਇਹ ਕਰ ਗਿਆ ਇਹ ਠੀਕ ਹੈ ਇਸ ਗਲਤੀ ਕਰਕੇ ਕੀ ਹੋ ਗਿਆ ਐਵਰੇਜ ਮਾਰਕਸ ਆਫ ਦੀ ਕਲਾਸ ਗॉट ਇਨਕਰੀਜ਼ਡ ਬਾਈ ਹਾਫ ਕਹਿੰਦੇ ਪੂਰੀ ਕਲਾਸ ਦੇ ਜਿਹੜੇ ਐਵਰੇਜ ਨੰਬਰ ਸੀਗੇ ਉਹ ਅੱਧੇ ਨੰਬਰ ਨਾਲ ਵੱਧ ਗਏ ਇਸ ਗਲਤੀ ਕਰਕੇ ਸਿੰਪਲ ਜੀ ਚੀਜ਼ ਹੈ ਉਹਨੂੰ ਕਹਿ ਰਿਹਾ ਕਿ ਕਲਾਸ 'ਚ ਬੱਚੇ ਕਿੰਨੇ ਇੰਨੀ ਲਾਈਨ ਤੋਂ ਤੁਸੀਂ ਇਹ ਪਤਾ ਲਗਾਉਣਾ ਹੈਗਾ ਕਿ ਤੁਹਾਡੇ ਕੋਲ ਟੋਟਲ ਬੱਚੇ ਕਿੰਨੇ ਆ ਕੋਈ ਫਾਰਮੂਲੇ ਤੇ ਨਾ ਜਾਓ ਇਹਦਾ ਸਿੰਪਲ ਜਿਹਾ ਇੱਕ ਫਾਰਮੂਲਾ ਹੁੰਦਾ ਹੈ ਕਿ ਉਹਦਾ ਡਿਫਰੈਂਸ ਲਿੱਤਾ ਉਹਨੂੰ ਮਲਟੀਪਲਾਈ ਕੀਤਾ ਡਿਵਾਈਡਡ ਬਾਈ ਆਪਣੇ ਕੋਲ ਟੋਟਲ ਆ ਜਾਂਦਾ ਹੈਗਾ ਫਾਰਮੂਲਾ ਵੀ ਗੱਲ ਸੁਣਾ ਬਾਅਦ ਦੇ ਵਿੱਚ ਲੋੜ ਨਹੀਂ ਹੈ ਇਹਦਾ ਡਿਫਰੈਂਸ ਕਿੰਨਾ ਹੈਗਾ ਮਤਲਬ ਜਿਹੜੀ ਗਲਤੀ ਹੋਈ ਹੈ ਉਹਦਾ ਡਿਫਰੈਂਸ ਕਿੰਨਾ ਹੈ 20 ਠੀਕ ਹੈ 20 ਜ਼ਿਆਦਾ ਇਹ ਵੀ ਦੇਖਣਾ ਹੈ ਤਾਂ ਹੀ ਉਹਦੇ ਨਾਲ ਵਧੇ ਹੁਣ ਐਕਸ ਬਣਾ 2 ਲਿਖਾਂਗੇ ਜਾਂ ਕੁਝ ਐਕਸ ਕੁਝ ਨਹੀਂ ਮੰਨਣਾ ਹਾਂਜੀ सिंपल आ जाएगा ਜਿਹੜੇ 20 ਨੰਬਰ ਆਪਣੇ ਵਧੇ ਨੇ ਨਾ ਹਾਂਜੀ ਉਹ 20 ਨੰਬਰ ਸਾਰੇ ਬੱਚਿਆਂ ਦੇ ਡਿਵਾਈਡ ਹੋਏ ਨੇ ਠੀਕ ਹੈ ਹੁਣ ਉਹ ਸਾਰੇ ਬੱਚੇ ਕਿੰਨੇ ਨੇ ਉਹ ਆਪਾਂ ਨੂੰ ਨਹੀਂ ਪਤਾ ਲੇਕਿਨ ਆਪਾਂ ਨੂੰ ਇਹ ਪਤਾ ਹੈ ਕਿ ਹਰ ਬੱਚੇ ਨੂੰ ਅੱਧਾ ਨੰਬਰ ਮਿਲਿਆ ਸੋ ਹਰ ਬੱਚੇ ਨੂੰ ਅਗਰ ਅੱਧਾ ਨੰਬਰ ਮਿਲੂਗਾ ਤਾਂ 20 ਨੰਬਰ ਕਿੰਨੇ ਬੱਚਿਆਂ ਨੂੰ ਮਿਲਣਗੇ ਨਹੀਂ ਪਤਾ ਆਪਾਂ ਨੂੰ ਦੇਖ ਸਕਦੇ ਹਾਂ 10 ਮਿਲੇਗਾ ਸਰ ਮੇਰਾ ਨਹੀਂ ਤੇ 10 ਨਹੀਂ ਹੈਗੇ ਹਾਫ ਅੱਧਾ ਜਦ 2 ਤੇ ਡਿਵਾਈਡ ਕਰਾਂਗੇ ਡਿਵਾਈਡ ਕਿੰਨੇ ਜ਼ਿਆਦਾ ਹਾਂ ਸਿੰਪਲ ਜੀ ਚੀਜ਼ ਹੈ ਤੁਹਾਡੇ ਕੋਲ 20 ਰੁਪਏ ਹੈ
ਤੁਸੀਂ ਹਰ ਬੱਚੇ ਨੂੰ 50 ਪੈਸੇ ਦੇਣੇ ਆ, ਕਿੰਨੇ ਬੱਚਿਆਂ ਨੂੰ ਦੇ ਸਕਦੇ ਹੋ? ਇਹ ਤਾਂ ਆਮ ਕੁਐਸਚਨ ਹੈ। ਓਕੇ ਸਰ। ਤੁਹਾਡੇ ਕੋਲ 20 ਰੁਪਏ ਨੇ, ਤੁਸੀਂ 50 ਪੈਸੇ ਸਾਰੇ ਬੱਚਿਆਂ ਨੂੰ ਵੰਡਣੇ ਆ, ਕਿੰਨੇ ਬੱਚਿਆਂ ਨੂੰ ਵੰਡ ਸਕਦੇ ਹੋ? 40 ਛੋਟੇ ਤੇ ਆ ਜਾਓ, 10 ਰੁਪਏ ਨੇ ਜਦੋਂ ਤੁਸੀਂ 4 ਬੜਾ ਕਰਤਾ ਹੋਗਾ ਡਿਵਾਈਡਡ ਬਾਈ ਹਾਫ। divided by half ਤੁਹਾਡੇ ਕੋਲ 1 ਰੁਪਿਆ ਹੈਗਾ, 50 ਪੈਸੇ ਵੰਡਣੇ, ਕਿੰਨੇ ਬੱਚਿਆਂ ਨੂੰ ਵੰਡ ਸਕਦੇ ਹੋ? 2 ਬੱਚਿਆਂ ਨੂੰ। ਸਰ ਉਹ ਤਾਂ ਠੀਕ ਆ, ਆਪਾਂ ਨੂੰ ਫਿਰ ਜਮਾ ਹੀ ਹਾਫ ਦੇ ਕਿਉਂ ਕੀਤਾ, 2 ਤੇ ਕਿਉਂ ਕੀਤਾ ਡਿਵਾਈਡ ਨੂੰ? ਜੇ ਆਪਾਂ ਨੂੰ 2 ਤੇ ਕਿਵੇਂ ਕਰਦੇ ਤੁਸੀਂ ਡਿਵਾਈਡ? ਉਹਨਾਂ ਨੇ ਕਿਹਾ ਹਾਫ ਤੇ ਡਿਵਾਈਡ ਡਿਵਾਈਡ ਹੋ ਗਿਆ, ਹਾਫ ਵੰਡਣਾ ਹੈ ਨਾ। ਡਿਵਾਈਡ ਦਾ ਰੂਲ ਕੀ ਹੁੰਦਾ ਹੈਗਾ ਵੀ ਕਿੰਨੇ ਕਿੰਨੇ ਵੰਡਣੇ ਨੇ, ਕਿੰਨੇ ਹਰੇਕ ਨੂੰ ਦੇਣੇ ਨੇ। ਤੁਹਾਡੇ ਕੋਲ 20 ਰੁਪਏ ਸੀਗੇ ਜੇਬ 'ਚ, ਤੁਸੀਂ 50 ਪੈਸੇ ਹਰੇਕ ਨੂੰ ਦੇਣੇ ਆ, ਤੁਸੀਂ ਹਰ ਬੱਚੇ ਨੂੰ ਅਗਰ 50 ਪੈਸੇ ਦੋਗੇ ਤਾਂ 40 ਬੱਚਿਆਂ ਦੇ ਵਿੱਚੋਂ ਵੰਡਿਆ ਜਾਏਗਾ। ਤਾਂ ਸਿੰਪਲੀ ਆਨਸਰ ਤੁਹਾਡੇ ਕੋਲ ਆ ਗਿਆ 40 ਸੈਕਿੰਡ। ਜਿਵੇਂ 1 ਰੁਪਏ ਦਾ ਹਾਫ 1/2 ਹੁੰਦਾ। ਠੀਕ ਹੈ। ਇਹਦੇ 'ਚ ਕੋਈ ਫਾਰਮੂਲਾ ਕਰਨ ਦੀ ਲੋੜ ਨਹੀਂ, ਕੁਛ ਨਹੀਂ ਕਰਨ ਦੀ ਲੋੜ। ਅਗਰ ਜ਼ਿਆਦਾ ਆਂਦਾ ਹੈਗਾ, ਅਗਰ ਮਤਲਬ ਵਧਿਆ ਹੈਗਾ ਤਾਂ ਤੁਸੀਂ